ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਰਾਮਚੰਦਰ ਜੀ ਪਹਿਲੇ ਜਨਮ ਵਿੱਚ ਇੱਕ ਰਾਜੇ ਦੇ ਪੁੱਤਰ ਸਨ, ਪਰ ਉਹਨਾਂ ਨੇ ਰਾਜ ਭਾਗ ਛੱਡ ਕੇ ਰਿਖੀਆਂ ਮੁਨੀਆਂ ਦੇ ਨਾਲ ਰਲ ਕੇ ਬਹੁਤ ਤਪ ਕੀਤਾ। ਜਿੱਥੇ ਤ੍ਰਿਕੁਟੀ ਹੈ, ਜਿੱਥੋਂ ਗੰਗਾ ਜਮਨਾ ਸਰਸਵਤੀ ਅਲੱਗ-ਅਲੱਗ ਹੁੰਦੀਆਂ ਹਨ, ਉਸ ਨੂੰ ਤ੍ਰਿਕੁਟੀ ਕਹਿੰਦੇ ਹਨ। ਉੱਥੇ ਭਗਵਾਨ ਰਾਮਚੰਦਰ ਜੀ ਨੇ ਜਲ ਧਾਰਾ ਕਰਕੇ ਬਹੁਤ ਤਪ ਕੀਤਾ ਸੀ। ਇਹ ਜਗ੍ਹਾ ਅਯੁੱਧਿਆ ਦੇ ਨੇੜੇ ਹੈ। ਭਗਵਾਨ ਰਾਮਚੰਦਰ ਜੀ ਪਹਿਲੇ ਜਨਮ ਵਿੱਚ ਉੱਥੇ ਤ੍ਰਿਕੁਟੀ ਦੇ ਜਲ ਵਿੱਚ ਖੜੇ ਹੋ ਕੇ ਜਲ ਧਾਰਾ ਕਰ ਰਹੇ ਸਨ। ਉਹਨਾਂ ਦੇ ਸਰੀਰ ਦੀ ਸੁੰਦਰਤਾ ਬਹੁਤ ਜ਼ਿਆਦਾ ਸੀ, ਚਿਹਰਾ ਵੀ ਬਹੁਤ ਜ਼ਿਆਦਾ ਸੁੰਦਰ ਸੀ। ਇੱਕ ਦਿਨ ਇੱਕ ਰਾਜੇ ਦੀ ਲੜਕੀ ਆਪਣੀਆਂ ਸਹੇਲੀਆਂ ਦੇ ਨਾਲ ਉਸ ਜਗ੍ਹਾ ਤੇ ਆ ਗਈ ਜਿੱਥੇ ਭਗਵਾਨ ਰਾਮਚੰਦਰ ਜੀ ਜਲ ਵਿੱਚ ਖੜ ਕੇ ਤਪ ਕਰ ਰਹੇ ਸਨ। ਉਸ ਰਾਜੇ ਦੀ ਲੜਕੀ ਨੇ ਰਾਮਚੰਦਰ ਜੀ ਨੂੰ ਜਦੋਂ ਦੇਖਿਆ ਤਾਂ ਉਹ ਰਾਮਚੰਦਰ ਜੀ ਤੇ ਬਹੁਤ ਮੁਗਧ ਤੇ ਲੁਭਾਏਮਾਨ ਹੋ ਗਈ। ਉਸ ਲੜਕੀ ਨੇ ਸੋਚਿਆ ਕਿ ਇਸ ਦੇ ਨਾਲ ਹੀ ਮੈਂ ਵਿਆਹ ਕਰਵਾਉਂਗੀ। ਲੜਕੀ ਨੇ ਰਾਮਚੰਦਰ ਜੀ ਦੇ ਨੇੜੇ ਜਾ ਕੇ ਕਿਹਾ ਕਿ ਰਿਖੀ, ਤੂੰ ਇੰਨਾ ਜ਼ਿਆਦਾ ਸੋਹਣਾ ਹੈ, ਐਵੇਂ ਤੂੰ ਇੱਥੇ ਪਾਣੀ ਵਿੱਚ ਖੜਾ ਹੈ। ਮੈਂ ਰਾਜੇ ਦੀ ਲੜਕੀ ਹਾਂ, ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਤੈਨੂੰ ਬਹੁਤ ਮਾਇਆ ਮਹਿਲ ਮਾੜੀਆਂ ਪਦਾਰਥ ਮਿਲਣਗੇ, ਤੂੰ ਸਾਰੀ ਜ਼ਿੰਦਗੀ ਐਸ਼ ਕਰੇਂਗਾ। ਭਗਵਾਨ ਰਾਮਚੰਦਰ ਜੀ ਨੇ ਉਸ ਲੜਕੀ ਨੂੰ ਕਿਹਾ, ਪੁੱਤਰੀ, ਤੂੰ ਇਹ ਫੁਰਨਾ ਨਾ ਬਣਾ, ਮੈਂ ਵਿਆਹ ਨਹੀਂ ਕਰਵਾਉਣਾ। ਮੈਂ ਸਾਰੀ ਜ਼ਿੰਦਗੀ ਤਪ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ। ਪਰ ਉਸ ਲੜਕੀ ਨੇ ਮਾਇਆ ਦੇ ਹੰਕਾਰ ਵਿੱਚ ਪਾਣੀ ਵਿੱਚ ਵੜ ਕੇ ਰਾਮਚੰਦਰ ਜੀ ਦੀ ਬਾਹ ਫੜ ਲਈ ਤੇ ਕਿਹਾ, ਤੂੰ ਮੇਰੇ ਵੱਲ ਦੇਖ ਤਾਂ ਸਹੀ, ਮੈਂ ਕਿੰਨੀ ਸੁੰਦਰ ਹਾਂ। ਮੇਰੀਆਂ ਅੱਖਾਂ ਵਿੱਚ ਦੇਖ, ਤੇਰਾ ਮਨ ਆਪਣੇ ਆਪ ਹੀ ਬਦਲ ਜਾਵੇਗਾ। ਭਗਵਾਨ ਰਾਮਚੰਦਰ ਜੀ ਨੇ ਉਸ ਦੇ ਮੂੰਹ ਵੱਲ ਦੇਖ ਕੇ ਕਿਹਾ, ਇਹ ਕਰੂਪੇ, ਇਹ ਚੰਡਾਲੇ, ਇਹ ਨੀਚੇ, ਤੂੰ ਮੇਰੀ ਭਗਤੀ ਵਿੱਚ ਵਿਘਨ ਨਾ ਪਾ। ਇਹ ਸੁਣ ਕੇ ਉਸ ਲੜਕੀ ਦੇ ਹੱਥ ਢਿੱਲੇ ਪੈ ਗਏ। ਉਸੇ ਟਾਈਮ ਉਹ ਰਾਜੇ ਦੀ ਲੜਕੀ ਉੱਥੋਂ ਵਾਪਸ ਆਪਣੇ ਮਹਿਲਾਂ ਵਿੱਚ ਆ ਗਈ। ਜਦੋਂ ਰਾਤ ਨੂੰ ਉਹ ਲੜਕੀ ਸੁੱਤੀ ਤਾਂ ਉਸ ਨੂੰ ਸੁਪਨਾ ਆਇਆ ਕਿ ਮੈਂ ਭੰਗੀਆਂ ਦੇ ਘਰ ਜਨਮ ਲੈ ਲਿਆ ਹੈ। ਮੇਰੀ ਬਹੁਤ ਹੀ ਭੈੜੀ ਸ਼ਕਲ ਹੈ, ਬਹੁਤ ਹੀ ਕਰੂਪ ਸਰੀਰ ਹੈ। ਇਸ ਤਰ੍ਹਾਂ ਉਸ ਨੂੰ ਆਪਣੀ ਸਾਰੀ ਹਾਲਤ ਨਜ਼ਰ ਆਈ। ਅੱਧੀ ਰਾਤ ਨੂੰ ਉਹ ਲੜਕੀ ਡਰ ਕੇ ਉੱਠ ਕੇ ਚਾਂਗਾ ਮਾਰਨ ਲੱਗ ਪਈ। ਲੜਕੀ ਦੀ ਮਾਂ ਉਸ ਕੋਲ ਭੱਜੀ ਆਈ। ਮਾਂ ਨੇ ਪੁੱਛਿਆ, ਤੈਨੂੰ ਕੀ ਹੋ ਗਿਆ? ਲੜਕੀ ਨੇ ਸਾਰੀ ਗੱਲ ਦੱਸੀ ਕਿ ਮੈਂ ਅੱਜ ਤ੍ਰਿਕੁਟੀ ਤੇ ਗਈ ਸੀ। ਉੱਥੇ ਪਰਬਤ ਤੇ ਜਲ ਵਿੱਚ ਇੱਕ ਰਿਖੀ ਤਪ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਨਾਲ ਵਿਆਹ ਕਰਵਾ ਲੈ, ਪਰ ਉਸਨੇ ਮੈਨੂੰ ਸ਼ਰਾਪ ਦੇ ਦਿੱਤਾ। ਹੁਣ ਮੈਨੂੰ ਸੁਪਨੇ ਵਿੱਚ ਉਹੀ ਸਾਰਾ ਕੁਝ ਨਜ਼ਰ ਆਇਆ ਹੈ। ਸਵੇਰ ਹੋਈ ਤੇ ਰਾਣੀ ਨੇ ਸਾਰੀ ਗੱਲ ਰਾਜੇ ਨੂੰ ਦੱਸੀ। ਫਿਰ ਰਾਜਾ, ਰਾਣੀ ਤੇ ਉਹ ਲੜਕੀ ਭਗਵਾਨ ਰਾਮਚੰਦਰ ਜੀ ਦੇ ਕੋਲ ਤ੍ਰਿਕੁਟੀ ਤੇ ਗਏ। ਰਾਜੇ ਨੇ ਰਾਮਚੰਦਰ ਜੀ ਨੂੰ ਕਿਹਾ ਕਿ ਮੇਰੀ ਲੜਕੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਤੁਹਾਡੀ ਭਗਤੀ ਵਿੱਚ ਭੰਗਣਾ ਪਾਈ ਹੈ, ਇਸ ਨੂੰ ਬਖਸ਼ ਦਿਓ। ਭਗਵਾਨ ਕਹਿਣ ਲੱਗੇ, ਜਿਹੜਾ ਕੋਈ ਕਿਸੇ ਦੀ ਭਗਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਬਖਸ਼ਿਆ ਨਹੀਂ ਜਾਂਦਾ। ਰਾਜੇ ਨੇ ਕਿਹਾ, ਜੀ ਜ਼ਰੂਰ ਬਖਸ਼ ਦਵੋ। ਭਗਵਾਨ ਕਹਿਣ ਲੱਗੇ, ਅਸੀਂ ਇਸ ਨੂੰ ਪੁੱਤਰੀ ਕਹਿ ਕੇ ਪਹਿਲਾਂ ਸਮਝਾਇਆ ਸੀ, ਪਰ ਇਹ ਫੇਰ ਵੀ ਆਪਣੇ ਹੰਕਾਰ ਦੇ ਵਿੱਚ ਨਾ ਮੰਨੀ। ਇਸਨੇ ਸਾਡੇ ਨਾਲ ਜ਼ਬਰਦਸਤੀ ਕੀਤੀ। ਰਾਜੇ ਨੇ ਕਿਹਾ, ਜੀ ਇਹ ਨਾ ਸਮਝ ਹੈ, ਇਸ ਨੂੰ ਬਖਸ਼ ਦਵੋ। ਭਗਵਾਨ ਕਹਿਣ ਲੱਗੇ, ਇਹ ਨਹੀਂ ਬਖਸ਼ੀ ਜਾਣੀ। ਰਾਜੇ ਨੇ ਕਿਹਾ, ਜੀ ਅਸੀਂ ਉਦੋਂ ਤੱਕ ਇੱਥੋਂ ਨਹੀਂ ਜਾਣਾ ਜਦੋਂ ਤੱਕ ਤੁਸੀਂ ਇਸ ਨੂੰ ਬਖਸ਼ ਨਹੀਂ ਦਿੰਦੇ। ਭਗਵਾਨ ਰਾਮਚੰਦਰ ਜੀ ਨੇ ਬਚਨ ਕੀਤਾ, ਹੁਣ ਸਤਯੁਗ ਹੈ, ਜਦੋਂ ਤ੍ਰੇਤਾ ਯੁੱਗ ਆਵੇਗਾ ਉਦੋਂ ਅਸੀਂ ਰਾਮਚੰਦਰ ਜੀ ਦਾ ਅਵਤਾਰ ਧਾਰ ਕੇ 14 ਕਲਾਂ ਲੈ ਕੇ ਆਵਾਂਗੇ। ਉਸ ਸਮੇਂ ਇਹ ਭੀਲਣੀ ਬਣੀ ਹੋਵੇਗੀ, ਉਦੋਂ ਇਹ ਬਖਸ਼ੀ ਜਾਵੇਗੀ। ਫਿਰ ਤ੍ਰੇਤੇ ਯੁੱਗ ਵਿੱਚ ਉਸ ਲੜਕੀ ਨੂੰ ਸਭ ਤੋਂ ਨੀਚ ਘਰੇ ਜਨਮ ਮਿਲਿਆ।
ਜਦੋਂ ਉਹ ਪੈਦਾ ਹੋਈ ਉਸ ਦਾ ਰੰਗ ਤਵੇ ਵਰਗਾ ਕਾਲਾ ਸੀ। ਜਮਾਂਦਰੂ 2 ਦੰਦ ਬੁੱਲਾਂ ਤੋਂ ਬਾਹਰ ਸਨ, ਪਿੱਠ ਵਿੱਚ ਕੁੱਬ ਸੀ, ਹੱਥ ਪੈਰ ਧੌਣ ਵਿੰਗੇ ਸਨ। ਜਦੋਂ ਭੀਲਣੀ 40 ਸਾਲ ਦੀ ਹੋ ਗਈ ਤਾਂ ਲੋਕਾਂ ਨੇ ਕਿਹਾ ਕਿ ਤੁਸੀਂ ਕੁਆਰੀ ਲੜਕੀ ਨੂੰ ਘਰੇ ਨਹੀਂ ਰੱਖ ਸਕਦੇ, ਜਿਵੇਂ ਮਰਜ਼ੀ ਇਸ ਦਾ ਵਿਆਹ ਕਰੋ, ਭਾਵੇਂ ਕਿਸੇ ਲੋੜਵੰਦ ਦੇ ਨਾਲ ਵਿਆਹ ਦੇਵੋ। ਉਸ ਯੁੱਗ ਵਿੱਚ ਲੜਕੀ ਨੂੰ ਬਿਨਾਂ ਵਿਆਹੇ ਘਰ ਵਿੱਚ ਨਹੀਂ ਰੱਖ ਸਕਦੇ ਸਨ। ਭੀਲਣੀ ਦੇ ਮਾਤਾ-ਪਿਤਾ ਨੇ ਇੱਕ ਵਿਆਹੇ ਹੋਏ ਬੰਦੇ ਦੇ ਨਾਲ, ਜਿਸ ਦੀ ਘਰਵਾਲੀ ਮਰ ਚੁੱਕੀ ਸੀ, ਉਸ ਦੇ 2 ਬੱਚੇ ਸਨ, ਉਸ ਬੰਦੇ ਦੇ ਨਾਲ ਉਸ ਭੀਲਣੀ ਦਾ ਵਿਆਹ ਕਰ ਦਿੱਤਾ। ਪਹਿਲੇ ਸਮਿਆਂ ਵਿੱਚ ਲੜਕੀ ਦੀ ਸ਼ਕਲ ਨਹੀਂ ਦਿਖਾਉਂਦੇ ਸਨ, ਬਸ ਉਸ ਨੂੰ ਚਾਦਰੇ ਵਿੱਚ ਲਪੇਟ ਕੇ ਡੋਲੀ ਵਿੱਚ ਬਿਠਾ ਕੇ ਪਤੀ ਦੇ ਨਾਲ ਭੇਜ ਦਿੰਦੇ ਸਨ। ਇਸੇ ਤਰ੍ਹਾਂ ਭੀਲਣੀ ਨੂੰ ਵੀ ਵਿਆਹ ਕੇ ਉਸ ਬੰਦੇ ਦੇ ਨਾਲ ਡੋਲੀ ਵਿੱਚ ਬਿਠਾ ਕੇ ਤੋਰ ਦਿੱਤਾ। ਜਦੋਂ ਉਸ ਬੰਦੇ ਦੇ ਘਰ ਜਾ ਕੇ ਉਸ ਦਾ ਚਾਦਰਾ ਲਾਹਿਆ ਤਾਂ ਸਾਰੇ ਦੇਖ ਕੇ ਡਰ ਗਏ। ਸਾਰੇ ਰਿਸ਼ਤੇਦਾਰ ਕਹਿਣ ਲੱਗੇ, ਇਸ ਨੂੰ ਆਪਾਂ ਘਰ ਨਹੀਂ ਰੱਖ ਸਕਦੇ, ਇਹ ਤਾਂ ਬਹੁਤ ਭੈੜੀ ਹੈ, ਇਸ ਨੂੰ ਦੇਖ ਕੇ ਤਾਂ ਡਰ ਲੱਗਦਾ ਹੈ। ਉਸ ਬੰਦੇ ਨੇ ਭੀਲਣੀ ਨੂੰ ਗਿੱਚੀ ਤੋਂ ਫੜ ਕੇ ਘਰੋਂ ਬਾਹਰ ਕੱਢ ਦਿੱਤਾ। ਭੀਲਣੀ ਉੱਥੋਂ ਤੁਰ ਪਈ। ਰਾਸਤੇ ਦਾ ਉਸ ਨੂੰ ਕੋਈ ਪਤਾ ਨਾ ਲੱਗਿਆ ਕਿ ਕਿੱਧਰ ਉਸ ਦੇ ਮਾਤਾ-ਪਿਤਾ ਦਾ ਘਰ ਹੈ, ਕਿਉਂਕਿ ਚਾਦਰੇ ਵਿੱਚ ਮੂੰਹ ਸਿਰ ਲਪੇਟਿਆ ਹੋਇਆ ਸੀ। ਰਾਤ ਹੋ ਗਈ, ਮੀਂਹ ਹਨੇਰੀ ਤੂਫਾਨ ਆ ਗਿਆ। ਬਹੁਤ ਮੁਸ਼ਕਲ ਨਾਲ ਲੱਭਦੇ ਲੱਭਦੇ ਉਹ ਆਪਣੇ ਘਰ ਪਹੁੰਚੀ। ਸਾਧ ਸੰਗਤ ਜੀ, ਜਦੋਂ ਬੰਦੇ ਦੇ ਪੁੰਨ ਮੁੱਕ ਜਾਂਦੇ ਹਨ ਉਦੋਂ ਇਹੋ ਜਿਹਾ ਸਮਾਂ ਬਣ ਜਾਂਦਾ ਹੈ। ਇਸ ਲਈ ਸਦਾ ਹੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ, ਸੇਵਾ ਸਿਮਰਨ ਕਰਦੇ ਰਹੋ। ਜਦੋਂ ਭੀਲਣੀ ਘਰ ਪਹੁੰਚੀ ਤਾਂ ਹਨੇਰਾ ਸੀ। ਭੀਲਣੀ ਨੇ ਘਰ ਦਾ ਦਰਵਾਜ਼ਾ ਖੜਕਾਇਆ। ਭੀਲਣੀ ਦੇ ਮਾਤਾ-ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਭੀਲਣੀ ਨੂੰ ਦੇਖ ਕੇ ਉਹ ਹੈਰਾਨ ਹੋ ਗਏ ਤੇ ਪੁੱਛਣ ਲੱਗੇ ਕਿ ਤੈਨੂੰ ਤਾਂ ਵਿਆਹ ਕੇ ਤੋਰਿਆ ਸੀ, ਤੂੰ ਵਾਪਸ ਕਿਵੇਂ ਆ ਗਈ? ਭੀਲਣੀ ਕਹਿਣ ਲੱਗੀ, ਉਹਨਾਂ ਨੇ ਮੇਰੀ ਸ਼ਕਲ ਦੇਖਦੇ ਸਾਰ ਹੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਉਹਨਾਂ ਨੇ ਮੈਨੂੰ ਨਹੀਂ ਝੱਲਿਆ। ਮਾਤਾ-ਪਿਤਾ ਕਹਿਣ ਲੱਗੇ, ਜੇ ਉਹਨਾਂ ਨੇ ਨਹੀਂ ਝੱਲਿਆ ਤਾਂ ਅਸੀਂ ਵੀ ਹੁਣ ਤੈਨੂੰ ਨਹੀਂ ਝੱਲ ਸਕਦੇ, ਜਾ ਇੱਥੋਂ ਚਲੀ ਜਾ। ਮਾਤਾ-ਪਿਤਾ ਨੇ ਵੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕੁੰਡਾ ਬੰਦ ਕਰ ਲਿਆ। ਭੀਲਣੀ ਵਿਚਾਰੀ ਬਾਹਰ ਰੋਣ ਪਿੱਟਣ ਲੱਗੀ, ਦਰਵਾਜ਼ਾ ਖੜਕਾਉਂਦੀ ਰਹੀ, ਪਰ ਉਸਦੇ ਮਾਤਾ-ਪਿਤਾ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫੇਰ ਭੀਲਣੀ ਨੇ ਸੋਚਿਆ ਕਿ ਹੁਣ ਮੈਨੂੰ ਤਾਂ ਮਾਪੇ ਵੀ ਨਹੀਂ ਝੱਲਦੇ, ਨਾ ਮੈਨੂੰ ਸਹੁਰੇ ਝੱਲਦੇ ਹਨ, ਹੁਣ ਮੈਂ ਖੂਹ ਵਿੱਚ ਜਾ ਕੇ ਛਾਲ ਮਾਰ ਦਿੰਦੀ ਹਾਂ। ਜਦੋਂ ਭੀਲਣੀ ਖੂਹ ਤੇ ਗਈ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀ। ਖੂਹ ਤੇ ਰਿਸ਼ੀ ਮੁਨੀ ਇਸ਼ਨਾਨ ਕਰ ਰਹੇ ਸਨ। ਉਹ ਦੂਰ ਬੈਠੀ ਉਡੀਕਦੀ ਰਹੀ। ਫੇਰ ਦਿਨ ਚੜ ਗਿਆ। ਮਾਈਆਂ ਖੂਹ ਤੇ ਕੱਪੜੇ ਧੋਣ ਆ ਗਈਆਂ। ਭੀਲਣੀ ਨੂੰ ਖੂਹ ਵਿੱਚ ਛਾਲ ਮਾਰਨ ਦਾ ਸਮਾਂ ਨਾ ਮਿਲਿਆ। ਭੀਲਣੀ ਬਹੁਤ ਦੁਖੀ ਰੋਂਦੀ ਪਿੱਟਦੀ ਜੰਗਲ ਵੱਲ ਨੂੰ ਤੁਰ ਪਈ। ਜੰਗਲ ਵਿੱਚ ਜਾ ਕੇ ਉਹ ਬਹੁਤ ਉੱਚੀ ਉੱਚੀ ਰੋਣ ਲੱਗ ਪਈ। ਉਸ ਸਮੇਂ ਉੱਥੋਂ ਨਾਰਦ ਲੰਘ ਰਿਹਾ ਸੀ। ਉਸਨੇ ਰੋਣ ਦੀ ਆਵਾਜ਼ ਸੁਣੀ। ਜਦੋਂ ਨਾਰਦ ਨੇ ਕੋਲ ਜਾ ਕੇ ਦੇਖਿਆ ਤਾਂ ਭੀਲਣੀ ਰੋ ਰਹੀ ਸੀ। ਨਾਰਦ ਨੇ ਪੁੱਛਿਆ ਕਿ ਬੀਬਾ ਕਿਉਂ ਰੋ ਰਹੀ ਹੈ? ਜਦੋਂ ਭੀਲਣੀ ਨੇ ਮੂੰਹ ਉੱਪਰ ਚੱਕਿਆ ਤਾਂ ਨਾਰਦ ਵੀ ਦੇਖ ਕੇ ਹੈਰਾਨ ਹੋ ਗਿਆ ਕਿ ਇੰਨੀ ਕਰੂਪ ਸ਼ਕਲ ਹੈ। ਭੀਲਣੀ ਨੇ ਸਾਰੀ ਗੱਲ ਨਾਰਦ ਨੂੰ ਦੱਸੀ। ਨਾਰਦ ਨੇ ਭੀਲਣੀ ਨੂੰ ਕਿਹਾ, ਤੂੰ ਰਾਮ ਦਾ ਨਾਮ ਜਪਿਆ ਕਰ। ਰਾਮ ਇਸ ਯੁੱਗ ਦੇ ਭਗਵਾਨ ਹਨ, ਉਹ ਤੇਰੇ ਸਾਰੇ ਦੁੱਖ ਦੂਰ ਕਰ ਦੇਣਗੇ। ਜੇ ਤੂੰ ਰਾਮ ਭਗਵਾਨ ਦਾ ਨਾਮ ਜਪੇਂਗੀ ਤਾਂ ਉਹ ਤੇਰੇ ਕੋਲ ਆ ਜਾਣਗੇ। ਨਾਰਦ ਨੇ ਕਿਹਾ, ਤੂੰ ਪੰਪਾਸਰ ਚਲੀ ਜਾ, ਉੱਥੇ ਸੰਤ ਰਹਿੰਦੇ ਹਨ, ਉੱਥੇ ਝਾੜੂ ਮਾਰ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਕਰ। ਨਾਰਦ ਦੇ ਕਹਿਣ ਤੇ ਭੀਲਣੀ ਪੰਪਾਸਰ ਚਲੀ ਗਈ। ਉੱਥੇ ਸਰੋਵਰ ਸੀ। ਭੀਲਣੀ ਨੇ ਸਰੋਵਰ ਵਿੱਚ ਹੱਥ ਧੋ ਲਏ। ਜਦੋਂ ਸੰਤਾਂ ਨੇ ਦੇਖਿਆ ਕਿ ਇੱਕ ਕਰੂਪ ਤੇ ਨੀਚ ਸਰੋਵਰ ਵਿੱਚ ਹੱਥ ਧੋ ਰਹੀ ਹੈ ਤਾਂ ਉਹਨਾਂ ਨੇ ਭੀਲਣੀ ਨੂੰ ਫੜ ਕੇ ਕੁੱਟਿਆ। ਸੰਤਾਂ ਨੇ ਕਿਹਾ, ਤੂੰ ਸਾਡਾ ਸਰੋਵਰ ਦਾ ਜਲ ਭ੍ਰਿਸ਼ਟ ਕਰ ਦਿੱਤਾ ਹੈ। ਭੀਲਣੀ ਨੇ ਕਿਹਾ, ਮੇਰੇ ਹੱਥ ਧੋਣ ਨਾਲ
ਜਲ ਵਿੱਚ ਕੀ ਕੀੜੇ ਚੱਲ ਪਏ। ਜਦੋਂ ਭੀਲਣੀ ਨੇ ਇਹ ਗੱਲ ਕਹੀ ਤਾਂ ਸੱਚਮੁੱਚ ਸਰੋਵਰ ਦੇ ਵਿੱਚ ਜਲ ਵਿੱਚ ਕੀੜੇ ਚੱਲ ਪਏ। ਭੀਲਣੀ ਉੱਥੋਂ ਥੋੜੀ ਦੂਰ ਜਾ ਕੇ ਇੱਕ ਝੌਂਪੜੀ ਬਣਾ ਕੇ ਉੱਥੇ ਰਾਮ ਰਾਮ ਦਾ ਨਾਮ ਜਪਣ ਲੱਗ ਪਈ। ਪੰਪਾਸਰ ਦੇ ਸਾਧੂ ਸੰਤ ਜਲ ਵਿੱਚ ਕੀੜੇ ਚੱਲਣ ਕਰਕੇ ਬੜੇ ਦੁਖੀ ਹੋਏ। ਉਹ ਸੰਤ ਵੀ ਰਾਮ ਜੀ ਨੂੰ ਲੱਭਣ ਲੱਗ ਪਏ। ਉਧਰ ਰਾਮ ਜੀ ਸੀਤਾ ਦੀ ਭਾਲ ਵਿੱਚ ਜੰਗਲਾਂ ਵਿੱਚ ਵਿਚਰ ਰਹੇ ਸਨ। ਉਹਨਾਂ ਸੰਤਾਂ ਨੂੰ ਰਾਮ ਜੀ ਜੰਗਲ ਵਿੱਚ ਮਿਲ ਪਏ। ਸੰਤਾਂ ਨੇ ਦੱਸਿਆ, ਜੀ ਇੱਕ ਭੀਲਣੀ ਨਾਮ ਦੀ ਕਰੂਪ ਨੇ ਸਾਡੇ ਪੰਪਾਸਰ ਸਰੋਵਰ ਵਿੱਚ ਹੱਥ ਧੋ ਲਏ, ਜਿਸ ਕਰਕੇ ਸਰੋਵਰ ਵਿੱਚ ਕੀੜੇ ਪੈ ਗਏ ਹਨ। ਤੁਸੀਂ ਕਿਰਪਾ ਕਰੋ। ਭਗਵਾਨ ਰਾਮਚੰਦਰ ਜੀ ਨੇ ਦ੍ਰਿਸ਼ਟੀ ਮਾਰੀ ਤਾਂ ਪਿਛਲੇ ਜਨਮ ਦੀ ਸਾਰੀ ਗੱਲ ਸਾਹਮਣੇ ਆ ਗਈ ਕਿ ਇਹ ਤਾਂ ਉਹੀ ਭੀਲਣੀ ਹੈ। ਹੁਣ ਉਸਦੇ ਬਖਸ਼ੇ ਜਾਣ ਦਾ ਸਮਾਂ ਆ ਗਿਆ ਹੈ। ਰਾਮਚੰਦਰ ਜੀ ਨੇ ਬਚਨ ਕੀਤਾ, ਅਸੀਂ ਤੁਹਾਡੇ ਕੋਲ ਆ ਰਹੇ ਹਾਂ, ਜਾਓ ਜਾ ਕੇ ਤਿਆਰੀ ਕਰ ਲਓ। ਸੰਤ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ। ਸੰਤ ਆਪਣੇ ਪੰਪਾਸਰ ਸਰੋਵਰ ਵੱਲ ਤੁਰ ਪਏ। ਰਾਸਤੇ ਵਿੱਚ ਸਾਧੂ ਸੰਤ ਪੜ੍ਹਦੇ ਆ ਰਹੇ ਸਨ, ਰਾਮ ਜੀ ਆਵਣਗੇ, ਸਾਡਾ ਦੁੱਖ ਵਟਾਵਣਗੇ ਤੇ ਜਲ ਪਵਿੱਤਰ ਕਰਾਵਣਗੇ। ਇਸ ਤਰ੍ਹਾਂ ਧਾਰਨਾ ਪੜ੍ਹਦੇ ਪੜ੍ਹਦੇ ਸੰਤ ਭੀਲਣੀ ਦੀ ਝੋਪੜੀ ਕੋਲੋਂ ਲੰਘੇ। ਭੀਲਣੀ ਨੇ ਇਹ ਗੱਲ ਸੁਣ ਲਈ। ਸਾਧੂ ਸੰਤਾਂ ਨੇ ਆਪਣੇ ਆਪਣੇ ਆਸ਼ਰਮ ਨੂੰ ਮਿੱਟੀ ਨਾਲ ਲੇਪਾ ਪੋਚੀ ਕਰ ਲਈ। ਦਰਵਾਜ਼ਿਆਂ ਦੇ ਬਾਹਰ ਓਮ ਨਮੋ ਲਿਖ ਲਿਆ। ਨਵੇਂ ਕੱਪੜੇ ਬਣਾ ਲਏ, ਕਲੀ ਛਿੜਕ ਲਈ, ਪੂਰੀ ਡੈਕੋਰੇਸ਼ਨ ਕਰ ਲਈ। ਉਧਰ ਭੀਲਣੀ ਨੇ ਆਪਣੀ ਝੌਂਪੜੀ ਤੋਂ ਝਾੜੂ ਮਾਰਨਾ ਸ਼ੁਰੂ ਕੀਤਾ ਤੇ ਜਿੱਧਰ ਰਾਸਤਾ ਸੀ ਉਸ ਰਾਸਤੇ ਤੇ ਕਈ ਮੀਲ ਝਾੜੂ ਮਾਰ ਦਿੱਤਾ, ਨਾਲੇ ਪਾਣੀ ਦਾ ਛਿੜਕਾਅ ਕਰ ਦਿੱਤਾ। ਭੀਲਣੀ ਵੀ ਆਪਣੀ ਝੌਂਪੜੀ ਵਿੱਚ ਬੈਠ ਕੇ ਕਰਨ ਲੱਗ ਪਈ, ਰਾਮ ਜੀ ਆਵਣਗੇ, ਮੇਰਾ ਦੁੱਖ ਵੰਡਾਵਣਗੇ। ਉਧਰ ਭਗਵਾਨ ਰਾਮਚੰਦਰ ਜੀ ਪੰਪਾਸਰ ਤੀਰਥ ਲੱਭਦੇ ਲੱਭਦੇ ਆ ਰਹੇ ਸਨ। ਰਾਮਚੰਦਰ ਜੀ ਨੇ ਦੇਖਿਆ ਕਿ ਇੱਥੇ ਝਾੜੂ ਮਾਰਿਆ ਹੋਇਆ ਹੈ, ਪਾਣੀ ਛਿੜਕਿਆ ਹੋਇਆ ਹੈ। ਇਹ ਤਿਆਰੀ ਸੰਤਾਂ ਨੇ ਕੀਤੀ ਲੱਗਦੀ ਹੈ। ਭਗਵਾਨ ਨੂੰ ਪਤਾ ਤਾਂ ਸਾਰਾ ਹੀ ਸੀ, ਪਰ ਉਸਨੇ ਆਪਣੇ ਭਗਤ ਦੀ ਕੀਤੀ ਹੋਈ ਕਮਾਈ ਨੂੰ ਪ੍ਰਗਟ ਕਰਨਾ ਹੁੰਦਾ ਹੈ। ਭਗਵਾਨ ਰਾਮਚੰਦਰ ਜੀ ਉਸ ਰਾਸਤੇ ਤੇ ਤੁਰਦੇ ਤੁਰਦੇ ਭੀਲਣੀ ਦੀ ਝੋਪੜੀ ਤੱਕ ਪਹੁੰਚ ਗਏ, ਕਿਉਂਕਿ ਭੀਲਣੀ ਦੀ ਝੋਂਪੜੀ ਤੱਕ ਝਾੜੂ ਮਾਰਿਆ ਹੋਇਆ ਸੀ। ਭਗਵਾਨ ਜੀ ਨੇ ਆਵਾਜ਼ ਮਾਰੀ ਕਿ ਇਹ ਕਿਸ ਦਾ ਆਸ਼ਰਮ ਹੈ। ਅੰਦਰੋਂ ਭੀਲਣੀ ਨੇ ਕਿਹਾ, ਜੀ ਭਗਵਾਨ ਰਾਮਚੰਦਰ ਜੀ ਦਾ ਆਸ਼ਰਮ ਹੈ। ਭਗਵਾਨ ਰਾਮਚੰਦਰ ਜੀ ਨੇ ਕਿਹਾ ਕਿ ਅਸੀਂ ਆ ਗਏ। ਭੀਲਣੀ ਨੇ ਭਗਵਾਨ ਰਾਮਚੰਦਰ ਜੀ ਅਤੇ ਲక్ష్మణ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਭਗਵਾਨ ਜੀ ਭੀਲਣੀ ਦੀ ਝੋਂਪੜੀ ਦੇ ਅੰਦਰ ਬੈਠ ਗਏ। ਭੀਲਣੀ ਨੇ ਭਗਵਾਨ ਦੇ ਛਕਣ ਲਈ ਬੇਰੀਆਂ ਤੋਂ ਬੇਰ ਤੋੜ ਕੇ ਇਕੱਠੇ ਕਰਕੇ ਰੱਖੇ ਹੋਏ ਸਨ। ਕਈ ਲੋਕ ਕਹਿੰਦੇ ਹਨ ਕਿ ਭੀਲਣੀ ਨੇ ਮੂੰਹ ਨਾਲ ਸਾਰੇ ਬੇਰ ਅੱਧੇ ਅੱਧੇ ਖਾਦੇ ਹੋਏ ਸਨ, ਮਿੱਠਾ ਦੇਖਣ ਲਈ ਕਿ ਕਿਹੜਾ ਬੇਰ ਮਿੱਠਾ ਹੈ, ਕਿਹੜਾ ਬੇਰ ਖੱਟਾ ਹੈ। ਖੱਟੇ ਬੇਰ ਸਾਰੇ ਸਿੱਟ ਦਿੰਦੀ ਸੀ, ਸਿਰਫ ਮਿੱਠੇ ਬੇਰ ਹੀ ਰੱਖਦੀ ਸੀ। ਪਰ ਭੀਲਣੀ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਕੋਈ ਵੀ ਭਗਤ ਆਪਣੇ ਗੁਰੂ ਨੂੰ ਆਪਣਾ ਜੂਠਾ ਨਹੀਂ ਖਿਲਾਉਂਦਾ। ਭੀਲਣੀ ਦਾ ਸਰੀਰ ਹੀ ਕਰੂਪ ਸੀ, ਦਿਮਾਗ ਬਿਲਕੁਲ ਤੰਦਰੁਸਤ ਸੀ। ਭੀਲਣੀ ਜਦੋਂ ਬੇਰ ਤੋੜਦੀ ਸੀ ਤਾਂ ਉਹ ਆਪਣੇ ਨਹੁੰ ਦੇ ਨਾਲ ਬੇਰ ਦੀ ਗੁੱਦ ਕੱਢ ਕੇ ਖਾ ਕੇ ਦੇਖ ਲੈਂਦੀ ਸੀ, ਉਹ ਬੇਰ ਮਿੱਠਾ ਹੈ ਜਾਂ ਖੱਟਾ ਹੈ। ਉਹ ਬੇਰ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਕਿਸੇ ਪੰਛੀ ਨੇ ਚੁੰਝ ਮਾਰੀ ਹੁੰਦੀ ਹੈ। ਭੀਲਣੀ ਨੇ ਉਹ ਬੇਰ ਆਪਣੇ ਮੂੰਹ ਦੇ ਨਾਲ ਨਹੀਂ ਜੂਠੇ ਕੀਤੇ ਸਨ। ਉਹੀ ਬੇਰ ਭੀਲਣੀ ਨੇ ਭਗਵਾਨ ਰਾਮਚੰਦਰ ਜੀ ਨੂੰ ਖਿਲਾਏ, ਪਰ ਲక్ష్మణ ਨੇ ਨਹੀਂ ਖਾਦੇ ਸਨ। ਉਸ ਨੂੰ ਲੱਗਿਆ ਕਿ ਇਹ ਜੂਠੇ ਬੇਰ ਹਨ। ਲక్ష్మణ ਨੇ ਉਹ ਬੇਰ ਪਿੱਛੇ ਨੂੰ ਕਰਕੇ ਸਿੱਟ ਦਿੱਤੇ ਸਨ। ਉਧਰ ਪੰਪਾਸਰ ਵਾਲੇ ਸਾਧੂ ਸੰਤ ਰਾਮ ਜੀ ਨੂੰ ਉਡੀਕ ਰਹੇ ਸਨ। ਉਹਨਾਂ ਨੂੰ ਪਤਾ ਲੱਗਿਆ ਕਿ ਭਗਵਾਨ ਜੀ ਤਾਂ ਭੀਲਣੀ ਦੀ ਝੋਪੜੀ ਵਿੱਚ ਬੈਠੇ ਹਨ। ਉਹਨਾਂ ਨੇ ਭਗਵਾਨ ਜੀ ਨੂੰ ਜਾ ਕੇ ਕਿਹਾ ਕਿ ਇਸ ਭੀਲਣੀ ਨੇ ਤਾਂ ਸਾਰਾ ਜਲ ਭ੍ਰਿਸ਼ਟ ਕੀਤਾ ਹੈ, ਇਹ ਤਾਂ ਨੀਚ ਹੈ।
ਤੁਸੀਂ ਇਸ ਦੇ ਕੋਲ ਬੈਠੇ ਬੇਰ ਛਕ ਰਹੇ ਹੋ। ਰਾਮਚੰਦਰ ਜੀ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਕਿਹਾ ਸੀ ਮੈਂ ਆ ਰਿਹਾ ਹਾਂ, ਤੁਸੀਂ ਜਾ ਕੇ ਤਿਆਰੀ ਕਰੋ। ਸੰਤ ਕਹਿਣ ਲੱਗੇ, ਜੀ ਤੁਸੀਂ ਆ ਕੇ ਦੇਖੋ, ਅਸੀਂ ਤਿਆਰੀ ਕੀਤੀ ਹੋਈ ਹੈ। ਰਾਮਚੰਦਰ ਜੀ ਕਹਿਣ ਲੱਗੇ, ਮੈਂ ਤਾਂ ਭੀਲਣੀ ਨੂੰ ਕਿਹਾ ਵੀ ਨਹੀਂ ਸੀ ਕਿ ਤਿਆਰੀ ਕਰ, ਪਰ ਇਸਨੇ ਬਿਨਾਂ ਕਹੇ ਹੀ ਕਈ ਮੀਲ ਝਾੜੂ ਮਾਰ ਕੇ ਰਸਤਾ ਸਾਫ਼ ਕਰਕੇ ਪਾਣੀ ਛਿੜਕ ਦਿੱਤਾ। ਉਹੀ ਰਸਤੇ ਨੂੰ ਦੇਖ ਕੇ ਅਸੀਂ ਸੋਚਿਆ ਸ਼ਾਇਦ ਤੁਸੀਂ ਰਸਤਾ ਸਾਫ਼ ਕਰਕੇ ਤਿਆਰੀ ਕੀਤੀ ਹੈ। ਅਸੀਂ ਸੋਚਿਆ ਇਹੀ ਪੰਪਾਸਰ ਹੈ। ਸੰਤ ਕਹਿਣ ਲੱਗੇ, ਭਗਵਾਨ ਜੀ ਤੁਸੀਂ ਚੱਲ ਕੇ ਸਾਡੀ ਤਿਆਰੀ ਵੀ ਦੇਖੋ। ਭਗਵਾਨ ਸੰਤਾਂ ਨਾਲ ਚੱਲ ਪਏ। ਭਗਵਾਨ ਨੇ ਜਾ ਕੇ ਪੁੱਛਿਆ, ਇਹ ਕਿਸ ਦਾ ਆਸ਼ਰਮ ਹੈ? ਉਹ ਕਹਿਣ ਲੱਗੇ, ਜੀ ਇਹ ਸਾਡਾ ਆਸ਼ਰਮ ਹੈ। ਭਗਵਾਨ ਨੇ ਪੁੱਛਿਆ, ਇਹ ਕਿਸ ਦਾ ਮੰਜਾ ਹੈ? ਉਹਨਾਂ ਨੇ ਕਿਹਾ, ਜੀ ਇਹ ਸਾਡਾ ਮੰਜਾ ਹੈ। ਭਗਵਾਨ ਕਹਿਣ ਲੱਗੇ, ਅਸੀਂ ਭੀਲਣੀ ਤੋਂ ਵੀ ਇਹੀ ਪੁੱਛਿਆ ਸੀ। ਉਸਨੇ ਜਵਾਬ ਦਿੱਤਾ ਸੀ ਕਿ ਇਹ ਸਾਰਾ ਕੁਝ ਭਗਵਾਨ ਰਾਮਚੰਦਰ ਜੀ ਦਾ ਹੈ। ਇਸ ਲਈ ਸਾਨੂੰ ਉਸਦੇ ਕੋਲ ਅੰਦਰ ਜਾਣਾ ਪਿਆ। ਭਗਵਾਨ ਜੀ ਨੇ ਪੁੱਛਿਆ, ਤੁਸੀਂ ਸਾਨੂੰ ਕਿਵੇਂ ਬੁਲਾਇਆ ਸੀ? ਸੰਤਾਂ ਨੇ ਕਿਹਾ, ਜੀ ਸਾਡੇ ਸਰੋਵਰ ਦਾ ਜਲ ਭ੍ਰਿਸ਼ਟ ਹੋ ਗਿਆ ਹੈ, ਉਸ ਨੂੰ ਠੀਕ ਕਰ ਦਵੋ। ਭਗਵਾਨ ਜੀ ਨੇ ਆਪਣੇ ਚਰਨ ਸਰੋਵਰ ਵਿੱਚ ਪਾਏ। ਚਰਨ ਸਰੋਵਰ ਵਿੱਚ ਪਾਉਣ ਤੇ ਸਰੋਵਰ ਦਾ ਜਲ ਅੱਧਾ ਹੀ ਸਾਫ਼ ਹੋਇਆ। ਭਗਵਾਨ ਜੀ ਕਹਿਣ ਲੱਗੇ ਕਿ ਮੇਰੇ ਵਿੱਚ ਤਾਂ ਇੰਨੀ ਹੀ ਪਾਵਰ ਹੈ, ਮੈਂ ਤਾਂ ਅੱਧਾ ਜਲ ਹੀ ਪਵਿੱਤਰ ਕਰ ਸਕਦਾ ਹਾਂ। ਸੰਤ ਕਹਿਣ ਲੱਗੇ, ਜੀ ਫੇਰ ਤਾਂ ਗੱਲ ਉੱਥੇ ਦੀ ਉੱਥੇ ਹੀ ਰਹੀ। ਜਲ ਤਾਂ ਸਾਰਾ ਸਾਫ਼ ਹੋਣਾ ਚਾਹੀਦਾ ਹੈ, ਫੇਰ ਹੀ ਅਸੀਂ ਇਸ ਜਲ ਨੂੰ ਵਰਤ ਸਕਦੇ ਹਾਂ। ਭਗਵਾਨ ਜੀ ਨੇ ਲక్ష్మణ ਨੂੰ ਕਿਹਾ, ਲక్ష్మణ ਤੂੰ ਸਾਡੇ ਨਾਲ 12 ਸਾਲ ਤੋਂ ਬਨਵਾਸ ਵਿੱਚ ਰਹਿ ਰਿਹਾ ਹੈ, ਤੂੰ ਆਪਣੇ ਚਰਨ ਸਰੋਵਰ ਵਿੱਚ ਪਾ। ਜਦੋਂ ਲక్ష్మణ ਜੀ ਨੇ ਆਪਣੇ ਚਰਨ ਸਰੋਵਰ ਵਿੱਚ ਪਾਏ ਤਾਂ ਸਰੋਵਰ ਦਾ ਜਲ 75% ਸਾਫ਼ ਹੋ ਗਿਆ, ਪਰ ਚੌਥਾ ਹਿੱਸਾ ਜਲ ਦਾ ਫੇਰ ਵੀ ਸਾਫ਼ ਨਾ ਹੋਇਆ। ਸੰਤ ਕਹਿਣ ਲੱਗੇ, ਜੀ ਹਜੇ ਵੀ ਜਲ ਪੂਰਾ ਸਾਫ਼ ਨਹੀਂ ਹੋਇਆ। ਭਗਵਾਨ ਜੀ ਕਹਿਣ ਲੱਗੇ, ਸਾਡੇ ਵਿੱਚ ਤਾਂ ਇੰਨੀ ਹੀ ਪਾਵਰ ਸੀ, ਜੇ ਜਲ ਪੂਰਾ ਸਾਫ਼ ਕਰਵਾਉਣਾ ਹੈ ਤਾਂ ਮੇਰੀ ਭਗਤਣੀ ਭੀਲਣੀ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਚੁੱਕ ਕੇ ਇੱਥੇ ਲੈ ਕੇ ਆਵੋ ਤੇ ਉਸਦੇ ਚਰਨ ਜਲ ਵਿੱਚ ਪਵਾ ਲਵੋ, ਫੇਰ ਪੂਰਾ ਜਲ ਪਵਿੱਤਰ ਹੋ ਜਾਵੇਗਾ। ਨਹੀਂ ਤਾਂ ਇਹ ਜਲ ਇਸ ਤਰ੍ਹਾਂ ਹੀ ਰਹੇਗਾ। ਫੇਰ ਭੀਲਣੀ ਨੂੰ ਉਹ ਸਾਧੂ ਸੰਤ ਪਾਲਕੀ ਦੇ ਵਿੱਚ ਬਿਠਾ ਕੇ ਲਿਆਏ। ਭੀਲਣੀ ਨੇ ਜਦੋਂ ਆਪਣੇ ਪੈਰ ਜਲ ਵਿੱਚ ਪਾਏ ਤਾਂ ਸਾਰਾ ਜਲ ਸਾਫ਼ ਹੋ ਗਿਆ, ਸਾਰਾ ਜਲ ਪਵਿੱਤਰ ਹੋ ਗਿਆ। ਸੰਤ ਇਹ ਦੇਖ ਕੇ ਬੜੇ ਹੈਰਾਨ ਹੋਏ। ਭੀਲਣੀ ਨੂੰ ਸਾਧੂ ਸੰਤ ਵੀ ਮੱਥਾ ਟੇਕਣ ਲੱਗ ਪਏ। ਭਗਵਾਨ ਰਾਮਚੰਦਰ ਜੀ ਨੇ ਭੀਲਣੀ ਨੂੰ ਵੀ ਭਗਤਣੀ ਬਣਾ ਦਿੱਤਾ। ਇਸ ਤਰ੍ਹਾਂ ਭੀਲਣੀ ਦਾ ਸਾਰਾ ਦੁੱਖ ਦੂਰ ਹੋ ਗਿਆ। ਭੀਲਣੀ ਰਾਮ ਦਾ ਨਾਮ ਜਪਦੀ ਜਪਦੀ ਆਪਣਾ ਜਨਮ ਸਫਲਾ ਕਰਕੇ ਦਰਗਾਹ ਨੂੰ ਚਲੀ ਗਈ। ਇਹ ਹੈ ਭੀਲਣੀ ਦੀ ਅਸਲੀ ਸਾਖੀ। ਇਸ ਕਰਕੇ ਮਾਇਆ ਦੇ ਹੰਕਾਰ ਵਿੱਚ ਕਿਸੇ ਦੀ ਵੀ ਭਗਤੀ ਦੇ ਵਿੱਚ ਭੰਗਣਾ ਨਹੀਂ ਪਾਉਣੀ ਚਾਹੀਦੀ। ਭਾਵੇਂ ਉਹ ਬੰਦਾ ਹੋਵੇ, ਭਾਵੇਂ ਉਹ ਬੀਬੀ ਹੋਵੇ, ਇਸ ਦੀ ਬਹੁਤ ਬੁਰੀ ਸਜ਼ਾ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੀਆਂ ਗੁਰਮਤਿ ਸਾਖੀਆਂ ਸੁਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ